ਐਪੀਸੋਡ 6। ਜਦ ਛੁੱਟੀ ਦੇ 4 ਦਿਨ ਰਹਿ ਗਏ ਤਦ ਕੇਸਰ ਨੇ ਰੂਪ ਨੂੰ ਸਲਾਹ ਦਿੱਤੀ, ਕੋਲ ਸਾਰਾ 100 ਰੁਪਏ ਹੀ ਰਹਿ ਗਿਆ ਹੈ। ਕੇਸ ਦੇ ਫੈਸਲੇ ਤੱਕ ਨੌਕਰੀ ਵੀ ਨਹੀਂ ਛੱਡੀ ਜਾ ਸਕਦੀ, ਸੋ ਜੇਕਰ ਤੂੰ ਕੇਸ ਦੇ ਫੈਸਲੇ ਤੱਕ ਇੱਥੇ ਰਹਿ ਪਵੇਂ, ਮੈਂ ਅੱਧੀ ਤਨਖਾਹ ਨਾਲ ਗੁਜ਼ਾਰਾ ਕਰ ਲਿਆ ਕਰਾਂਗਾ। ਰੂਪ ਸੁਣ ਕੇ ਖਾਮੋਸ਼ ਹੋ ਗਈ। ਪੂਰੀਆਂ ਪਲਕਾਂ ਖੋਲਦਿਆਂ ਰੂਪ ਨੇ ਇੱਕ ਵਾਰ ਕੇਸਰ ਵੱਲ ਤੱਕਿਆ, ਜਿਵੇਂ ਕਹਿਣਾ ਚਾਹੁੰਦੀ ਸੀ, ਇੱਥੇ ਰਹਿਣ ਲਈ ਮੈਨੂੰ ਤੁਸੀਂ ਆਖ ਦਿਓ। ਕੇਸਰ ਨੇ ਉਸ ਦੀਆਂ ਨਜ਼ਰਾਂ 'ਚੋਂ ਸਭ ਕੁਝ ਪੜ੍ਹ ਲਿਆ। ਉਸ ਦਾ ਆਪਣਾ ਦਿਲ ਵੀ ਰੂਪ ਨੂੰ ਪਿੰਡ ਛੱਡਣ ਲਈ ਨਹੀਂ ਮੰਨਦਾ ਸੀ, ਪਰ ਹੁਣ ਗੁਜ਼ਾਰਾ ਹੋਣਾ ਵੀ ਔਖਾ ਹੋ ਗਿਆ ਸੀ। ਆਪ ਉਹ ਮਾੜੀ ਖੁਰਾਕ ਖਾ ਸਕਦੀ ਸੀ, ਪਰ ਬੱਚਿਆਂ ਨੂੰ ਦੁੱਧੋਂ ਥੋੜੇ ਕਿਵੇਂ ਸਹਾਰਦੇ। ਘਰ ਦੁੱਧ ਘਿਓ ਦੀ ਕੋਈ ਤਰੁੱਟ ਨਹੀਂ ਸੀ, ਪਰ ਰੂਪ ਨੂੰ ਰਹਿਣ ਲਈ ਰਾਜ਼ੀ ਕੌਣ ਕਰੇ। ਉਸ ਜੇਰਾ ਕਰਕੇ ਫਿਰ ਕਿਹਾ, ਜੇ ਇੱਥੇ ਨਹੀਂ ਤਾਂ ਪੇਕੇ ਰਹਿ ਪਏ, ਸ਼ਾਇਦ ਕੇਸ ਦਾ ਛੇਤੀ ਹੀ ਫੈਸਲਾ ਹੋ ਜਾਵੇ। ਰੂਪ ਨੇ ਕੇਸਰ ਨੂੰ ਦੁਬਾਰਾ ਦੇਖਦਿਆਂ ਸੋਚਿਆ, ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਅੱਜ। ਇਹ ਕਿੰਨੇ ਪਿਆਰੇ ਤੇ ਖੂਬਸੂਰਤ ਹੁੰਦੇ ਸਨ। ਰੂਪ ਨੇ ਲੰਮਾ ਹੌਂਕਾ ਲਿਆ, ਪਰ ਕੇਸਰ ਨੂੰ ਮਾਲੂਮ ਨਾ ਹੋਣ ਦਿੱਤਾ। ਪਰ ਗੁਜ਼ਾਰਾ ਨਾ ਹੋਣ ਦੇ ਮਸਲੇ ਵਿੱਚ ਇਹ ਸੱਚੇ ਜ਼ਰੂਰ ਹਨ, ਪਰ ਮੈਂ ਜਿੰਨੀ ਵੀ ਹੋ ਸਕਦੀ ਸੀ ਨਾਲ ਮਿਹਨਤ ਕਰਦੀ ਰਹੀ ਹਾਂ। ਉਹ ਆਪਣੀ ਨੀਵੀਂ ਚੁੱਕੀ। ਕੇਸਰ ਅਨੁਭਵ ਕਰ ਚੁੱਕਾ ਸੀ ਕਿ ਰੂਪ ਜਵਾਬ ਨਹੀਂ ਦੇਵੇਗੀ। ਸੁਣੋ, ਉਹ ਬੋਲੀ, ਪੇਕੇ ਮੇਰੇ ਹੈ ਨਹੀਂ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਮੈਂ ਬੇਜੀ ਦਾ ਪਹਿਲਾਂ ਹੀ ਅਹਿਸਾਨ ਨਹੀਂ ਚੁਕਾ ਸਕਦੀ। ਮੈਂ ਤਾਂ ਇਹ ਸੋਚਦੀ ਰਹੀ ਹਾਂ, ਰੱਬ ਬਰਕਤ ਦੇਵੇ, ਮੈਂ ਬੇਜੀ ਨੂੰ ਧੀ ਹੋਣ ਦੀ ਥਾਂ ਪੁੱਤ ਬਣ ਕੇ ਵਿਖਾਵਾਂ ਤੇ ਥੋੜਾ ਬਹੁਤ ਸੁੱਖ ਦੇਵਾਂ। ਆਪਣਾ ਤੇ ਬੱਚਿਆਂ ਦਾ ਭਾਰ ਲੈ ਕੇ ਉੱਥੇ ਜਾ ਬੈਠਾ ਮੇਰਾ ਦਿਲ ਨਹੀਂ ਮੰਨਦਾ। ਭਾਵੇਂ ਬੇਜੀ ਕੁਝ ਨਹੀਂ ਆਖੇਗੀ, ਪਰ ਘਰ ਵਿੱਚ ਉਹ ਮਸੀਂ ਸੁੱਖ ਦਾ ਸਾਹ ਲੈਣ ਲੱਗੀ ਹੈ। ਉਹ ਸਾਰੀ ਉਮਰ ਸੂਲਾਂ ਤੇ ਪੈ ਕੇ ਕੱਟੀ ਹੈ। ਉਹ ਕਹਿੰਦੀ ਕਹਿੰਦੀ ਰੁਕ ਗਈ। ਕੇਸਰ ਸੋਚਾਂ ਦੀਆਂ ਚੋਭਾਂ ਵਿੱਚ ਕਸੀਸ ਭਰੀ ਬੈਠਾ ਸੀ ਅਤੇ ਆਲੇ ਦੁਆਲੇ ਨੂੰ ਘੂਰ ਰਿਹਾ ਸੀ। ਰੂਪ ਫਿਰ ਆਖਣ ਲੱਗੀ, ਇਹ ਠੀਕ ਹੈ ਕਿ ਧਰਮਸ਼ਾਲਾ ਵਿੱਚ ਸਾਡਾ ਗੁਜ਼ਾਰਾ ਨਹੀਂ ਹੋਵੇਗਾ। ਮੈਂ ਨਿਆਣੀ ਤਾਂ ਨਹੀਂ ਕਿ ਵਿਚਲੀ ਗੱਲ ਨਾ ਸਮਝਾਂ। ਮੈਂ ਕੋਈ ਵੀ ਕੰਮ ਕਰਨ ਨੂੰ ਤਿਆਰ ਹਾਂ, ਪਰ ਪੇਕੀ ਬਹਿ ਕੇ ਮਸ਼ੀਨ ਨਹੀਂ ਚਲਾ ਸਕਦੀ। ਇਹ ਉਹਨਾਂ ਦੀ ਇੱਜ਼ਤ ਦਾ ਵੀ ਸਵਾਲ ਹੈ। ਇੱਥੇ ਇਹ ਕੰਮ ਹੋ ਸਕਦਾ ਸੀ, ਪਰ ਉਸ ਗੱਲ ਕੇਸਰ ਦੇ ਸਮਝਣ ਲਈ ਵਿਚਕਾਰ ਹੀ ਛੱਡ ਦਿੱਤੀ। ਚਲੋ ਠੀਕ ਹੈ, ਤਿਆਰੀ ਕਰੋ। ਜਿਹੜੀਆਂ 4 ਟੂਮਾਂ ਰਹਿੰਦੀਆਂ ਹਨ ਉਹ ਵੇਚ ਦਿਆਂਗੇ, ਫਿਰ ਵੇਖੀ ਜਾਏਗੀ। ਕੇਸਰ ਨੇ ਲਾਪਰਵਾਹੀ ਨਾਲ ਵੇਖਿਆ। ਰੂਪ ਤੇ ਉਸ ਨੂੰ ਇਸ ਤਰ੍ਹਾਂ ਵੇਖਣ ਤੇ ਉਖੜੀਆਂ ਗੱਲਾਂ ਕਰਨ ਤੋਂ ਬੜਾ ਦੁੱਖ ਹੋਇਆ ਤੇ ਉਹ ਅੰਦਰੋਂ ਅੰਦਰੀ ਚੀਰੀ ਜਾ ਰਹੀ ਸੀ। ਸਾਰੀ ਦੁਨੀਆ ਗਲਤ ਸਮਝੇ, ਇੱਕ ਦੁੱਖ ਨਹੀਂ, ਪਰ ਸਾਥੀ ਸ਼ੱਕੀ ਨਿਗਾਹ ਨਾਲ ਦੇਖੇ, ਬਸ ਜਿਉਂਦਾ ਮਰਨ ਹੋ ਜਾਂਦਾ ਹੈ। ਤੁਸੀਂ ਇਸ ਔਖੇ ਵੇਲੇ ਘਰੋਂ ਮਦਦ ਕਿਉਂ ਨਹੀਂ ਮੰਗ ਲੈਂਦੇ? ਹੁਣ ਉਪਰੇ ਥੋੜੋ ਸਮਝਣਗੇ ਜਦ ਘਰ ਲੈ ਹੀ ਆਏ ਹੈ। ਮੰਗਣ ਨੂੰ ਜੀ ਨਹੀਂ ਕਰਦਾ। ਕੇਸਰ ਨੂੰ ਛਿੱਕ ਆ ਗਈ। ਸ਼ਾਇਦ ਆਖਣ, ਦੇਣੇ ਦਾ ਕੀ ਸੀ, ਉਲਟੇ ਸਾਥੋਂ ਮੰਗਦੇ ਐ। ਦੂਜੇ ਜੇ ਨਾ ਕਰ ਦਿੱਤੀ, ਰਹਿਣਾ ਕੱਖ ਨਹੀਂ। ਜੇ ਜਵਾਬ ਦੇ ਦੇਣਗੇ, ਘਰਦਿਆਂ ਦਾ ਦੁੱਧ ਪਾਣੀ ਤਾਂ ਵੇਖਿਆ ਜਾਊ, ਕਿੰਨੇ ਕੁ ਜੋਗੇ ਐ। ਰੂਪ ਘਰਦਿਆਂ ਨੂੰ ਪਰਤਿਆਉਣਾ ਚਾਹੁੰਦੀ ਸੀ। ਤੇਰੀ ਮਰਜ਼ੀ ਹੈ, ਪਰ ਦਿਲ ਬਿਲਕੁਲ ਨਹੀਂ ਮੰਨਦਾ। ਕੇਸਰ ਦਿਲ ਕਰੜਾ ਕਰਕੇ ਉੱਠ ਖਲੋਤਾ ਤੇ ਜਾਂਦਾ ਜਾਂਦਾ ਸੋਚ ਰਿਹਾ ਸੀ, ਬਾਪੂ ਨਾਲ ਕਿਵੇਂ ਗੱਲ ਤੋਰਾਂ। ਦੁੱਲਾ ਸਿੰਘ ਹਵੇਲੀ ਮੰਜੇ ਉੱਤੇ ਗਰਨੇ ਕੱਢ ਰਿਹਾ ਸੀ। ਕੇਸਰ ਨੇ ਕੋਲ ਜਾ ਕੇ ਤੀਰ ਚੁੱਕ ਲਈ। ਗੱਲ ਕਰਨ ਲੱਗਿਆ ਉਸ ਦਾ ਦਿਲ ਧੜਕ ਰਿਹਾ ਸੀ। ਬਾਪੂ, ਸਾਡੀ ਛੁੱਟੀ ਮੁੱਕਣ ਵਾਲੀ ਹੈ। ਕੇਸਰ ਨੇ ਉਸ ਨੂੰ ਜੀ ਕਹਿਣਾ ਛੱਡ ਦਿੱਤਾ ਸੀ। ਹੁਣ ਉਹ ਆਪਣੇ ਮਤਲਬ ਲਈ ਵੀ ਜੀ ਨਾ ਆਖ ਸਕਿਆ। ਕਿਉਂ, ਜਾਣ ਦੀ ਸਲਾਹ ਨਹੀਂ? ਦੁੱਲਾ ਸਿੰਘ ਗੱਲ ਦੇ ਸਿਰ ਨਾ ਹੋਇਆ।
ਮੇਰੇ ਤੇ ਇੱਕ ਕੇਸ ਬਣ ਗਿਆ ਸੀ ਬੰਗਲੌਰ। ਉਦੋਂ ਤੋਂ ਅੱਧੀ ਤਨਖਾਹ ਮਿਲਦੀ ਹੈ। ਕੇਸ ਮੁੱਕ ਜਾਣ ਪਿੱਛੋਂ ਮੈਨੂੰ ਸਾਰਾ ਬਕਾਇਆ ਮਿਲ ਜਾਵੇਗਾ, ਪਰ ਹੁਣ ਸਾਡਾ ਅੱਧੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ। ਇਸ ਲਈ ਸਾਡੀ 200-300 ਰੁਪਏ ਦੀ ਮਦਦ ਕਰ ਦਿਓ। ਕੇਸਰ ਨੇ ਆਪਣਾ ਆਪ ਰੱਖਦਿਆਂ ਹਥਲੀ ਤੀਲ ਨੂੰ ਹਥਲੀ ਤੀਲ ਨੂੰ 2-3 ਥਾਵਾਂ ਤੋਂ ਤੋੜ ਸੁੱਟਿਆ। ਦੁੱਲਾ ਸਿੰਘ ਕੰਮ ਛੱਡ ਕੇ ਉਸ ਦੀ ਗੱਲ ਸੁਣਦਾ ਰਿਹਾ ਸੀ। ਪੈਸਾ ਭੇਜਣਾ ਸੁਣ ਕੇ ਉਸ ਦੀ ਜਿਲਦ ਇੱਕ ਪਲ ਲਈ ਚਮਕੀ, ਪਰ ਦੇਣੇ ਸੁਣ ਕੇ ਇੱਕਦਮ ਕਾਲੀ ਪੈ ਗਈ। ਉਹ ਜਵਾਬ ਲਈ ਭਾਵੇਂ ਤਿਆਰ ਨਹੀਂ ਸੀ, ਪਰ ਲੈਣ ਦੇਣ ਦੇ ਕਾਰੋਬਾਰ ਵਿੱਚ ਉਹ ਹੰਢ ਕੇ ਕਾਫੀ ਪਕਰੋੜ ਹੋ ਚੁੱਕਾ ਸੀ। ਨੌਕਰ ਤਾਂ ਪੈਸੇ ਲਿਆ ਕੇ ਦਿੰਦੇ ਐ, ਘਰੋਂ ਲਿਜਾਂਦੇ ਨਹੀਂ ਸੁਣੇ। ਅਸੀਂ ਹੀ ਸੀ ਬਾਪੂ ਜਿਹੜੇ ਅੱਧੀ ਤਨਖਾਹ ਨਾਲ ਗੁਜ਼ਾਰਾ ਕਰੀ ਗਏ। ਘਿਓ ਧੜੀ ਪਸੇਰੀ ਲੈ ਜਾਵੀਂ, ਰੁਪਈਆ ਤਾਂ ਘਰ ਕੋਈ ਨਹੀਂ। ਦੁੱਲਾ ਸਿੰਘ ਮਨ ਵਿੱਚ ਬੜਾ ਖੁਸ਼ ਹੋਇਆ। ਹੁਣ ਠੀਕ ਹੋਵੋਗੇ, ਅੱਗੇ ਤੁਸੀਂ ਵੀ ਸਾਨੂੰ ਕੱਖ ਨਹੀਂ ਸਮਝਿਆ ਸੀ। ਸਾਨੂੰ ਰੁਪਈਏ ਜ਼ਰੂਰ ਚਾਹੀਦੇ ਐ, ਭਾਵੇਂ ਕਿਵੇਂ ਕਰੋ। ਕੇਸਰ ਨੇ ਇੱਕ ਤਰ੍ਹਾਂ ਲਾਚਾਰੀ ਪ੍ਰਗਟ ਕੀਤੀ। ਦੇਖ ਹੁਣ ਤਾਂ ਮੁਸ਼ਕਲ ਹੈ, ਮੁਕੱਦਮਾ ਬੜੇ ਰੁਪਈਏ ਖਾ ਗਿਆ, ਸੌਣੀ ਲੱਗੀ ਨਹੀਂ, ਕਿਸੇ ਸਾਮੀ ਦੇ ਤਰਨ ਦੀ ਵੀ ਕੋਈ ਝਾਕ ਨਹੀਂ। ਜੇ ਤੇਰਾ ਮੂਲੋਂ ਹੀ ਨਾ ਸਰਿਆ, ਚਿੱਠੀ ਪਾ ਦੇਵੀਂ, ਕੋਈ ਪਾੜ ਪੱਟ ਲਵਾਂਗੇ। ਦੁੱਲਾ ਸਿੰਘ ਚਤਰਾਈ ਤਾਂ ਕਰ ਹੀ ਰਿਹਾ ਸੀ, ਪਰ ਉਹ ਚਾਹੁੰਦਾ ਸੀ ਇਹ ਚੱਜ ਨਾਲ ਨਿਸਲ ਹੋ ਜਾਣ, ਫਿਰ ਥੋੜੀ ਬਹੁਤ ਮਦਦ ਕਰ ਦੇਵਾਂਗੇ। ਕੇਸਰ ਘਰ ਨੂੰ ਮੁੜ ਆਇਆ। ਉਸਨੂੰ ਨਿਸ਼ਚਾ ਹੋ ਚੁੱਕਾ ਸੀ, ਜਿਹੜਾ ਮੰਗਿਆ ਨਹੀਂ ਦਿੰਦਾ, ਚਿੱਠੀ ਵੇਖਣ ਸਾਰ ਕਿੱਥੋਂ ਭੇਜ ਦੇਵੇਗਾ। ਉਹ ਚੁਬਾਰੇ ਮੰਜੇ ਤੇ ਆਣ ਡਿੱਗਾ। ਮੂੰਹ ਥੁਕਵਾ ਕੇ ਉਸ ਦਾ ਇਸ ਤਰ੍ਹਾਂ ਲੱਕ ਟੁੱਟ ਗਿਆ ਸੀ। ਉਸਨੂੰ ਮੁੜ ਕੇ ਰੂਪ ਤੇ ਹੀ ਗੁੱਸਾ ਆ ਗਿਆ। ਰੂਪ ਨੇ ਬਾਹਰੋਂ ਆਉਂਦੇ ਕੇਸਰ ਦੀ ਉਖੜੀ ਚਾਲ ਤੋਂ ਪਛਾਣ ਲਿਆ ਸੀ। ਉਦਾਸ ਚਿਹਰਾ ਵੇਖ ਕੇ ਉਹ ਬੜੀ ਦੁਖੀ ਹੋਈ। ਰੱਬਾ, ਮੇਰਾ ਅੱਗੇ ਵਾਂਗ ਕੰਮ ਚੱਲ ਪਵੇ, ਮੈਂ ਇਹਨਾਂ ਨੂੰ ਰੱਤੀ ਭਰ ਤਕਲੀਫ ਨਾ ਦੇਵਾਂ। ਪਰ ਉਸ ਦੀ ਸੋਚ ਮੁੜ ਘਿੜ ਕੇ ਪਰ ਦੀਆਂ ਬ੍ਰੇਕਾਂ ਖਾ ਜਾਂਦੀ। ਕਾਸ਼ ਮੈਂ ਪੜਾਉਣ ਜੋਗੀ ਹੁੰਦੀ। ਉਸਨੂੰ ਕਿਸੇ ਪਾਸੇ ਦੀ ਚਾਨਣੀ ਰੇਸ਼ਮ ਨਹੀਂ ਦਿਸ ਰਹੀ ਸੀ। ਉਹ ਦੁੱਧ ਦੀ ਗੜਵੀ ਲੈ ਕੇ ਚੁਬਾਰੇ ਆ ਗਈ। ਲਓ, ਦੁੱਧ ਪੀ ਲਵੋ। ਕੇਸਰ ਦੇ ਚਿਹਰੇ ਤੋਂ ਅੰਦਰ ਪੜਨ ਦਾ ਯਤਨ ਕਰ ਰਹੀ ਸੀ। ਮੈਂ ਨਹੀਂ ਪੀਣਾ। ਉਹ ਬੇਧਿਆਨ ਜਿਹਾ ਹੋਇਆ ਰਿਹਾ। ਰੂਪ ਨੇ ਦੁੱਧ ਹਿਲਾ ਕੇ ਗਲਾਸ ਗੜਵੀ ਉੱਤੇ ਮੁੱਧਾ ਮਾਰ ਦਿੱਤਾ। ਕੋਈ ਗੱਲ ਹੋਈ? ਹਾਂ, ਮੂੰਹ ਥਕਾਉਣਾ ਸੀ, ਤੇਰੇ ਕਹਿਣ ਤੇ ਥਕਾ ਲਿਆ। ਉਸ ਰੂਪ ਵੱਲ ਵੇਖੇ ਬਿਨਾ ਮਸੂਸੀ ਵੱਟੀ ਰੱਖੀ। ਰੂਪ ਹੋਰ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ, ਪਰ ਕੇਸਰ ਦਾ ਵਟਿਆ ਤੇ ਪਰੇ ਹੋਇਆ ਮੂੰਹ ਨਹੀਂ ਸਹਾਰ ਸਕਦੀ ਸੀ। ਮੇਰੀ ਇੱਕ ਗੱਲ ਮੰਨੋ, ਅੱਗੇ ਮੰਨ ਕੇ ਰੰਗ ਨਹੀਂ ਲੱਗਾ। ਇਸ ਤਰ੍ਹਾਂ ਲੰਮੇ ਪੈਣ ਨਾਲ ਕੁਝ ਨਹੀਂ ਬਣਨਾ। ਰੂਪ ਨੇ ਮੰਜੇ ਉੱਤੇ ਬਹਿ ਕੇ ਕੇਸਰ ਨੂੰ ਹਲੂਣਿਆ। ਮੇਰੇ ਉੱਤੇ ਇੱਕ ਵਾਰ ਵਿਸ਼ਵਾਸ ਕਰੋ, ਜਿਵੇਂ ਮੈਂ ਕਹਿੰਦੀ ਹਾਂ, ਮਿੰਨਤ ਮੰਨ ਕੇ ਕਰ ਲਓ। ਕੇਸਰ ਨੇ ਦਿਲੀ ਚੀਜ਼ ਅਨੁਭਵ ਕਰਦਿਆਂ ਮੂੰਹ ਉਸ ਵੱਲ ਕਰ ਲਿਆ। ਰੂਪ ਨੇ ਉਸਦੇ ਚਿਹਰੇ ਨੂੰ ਹੁੰਗਾਰੇ ਦਾ ਸਾਕਾਰ ਰੂਪ ਸਮਝਦਿਆਂ ਅੱਗੇ ਆਖਿਆ, ਤੁਸੀਂ ਅੱਧੀ ਤਨਖਾਹ ਨਾਲ ਗੁਜ਼ਾਰਾ ਕਰ ਲਵੋਗੇ? ਕੇਸਰ ਨੇ ਸਿਰ ਹਿਲਾ ਕੇ ਹਾਮੀ ਭਰੀ। ਮੇਰੀ ਮਸ਼ੀਨ ਤੇ ਗਹਿਣੇ ਵੇਚ ਦਿਓ। ਫਿਰ ਕੇਸਰ ਦਾ ਹੌਸਲਾ ਮਿੱਟੀ ਹੋ ਗਿਆ। ਉਸਦੇ ਖਿਆਲ ਮੁਤਾਬਕ ਗੱਲ ਉੱਥੇ ਦੀ ਉੱਥੇ ਖਲੋਤੀ ਸੀ। ਫਿਰ ਕੀ 84 ਇਸ ਤਰ੍ਹਾਂ ਮੁੱਕ ਸਕਦੀ ਹੈ ਜਿਵੇਂ ਮੈਂ ਆਖਦੀ ਹਾਂ? ਤੁਸੀਂ ਦੱਸੋ, ਸਾਰੀ ਰਕਮ ਕਿੰਨੀ ਕੁ ਹੋ ਜਾਵੇਗੀ? ਰੂਪ ਨੇ ਤਸੱਲੀ ਨਾਲ ਆਖਿਆ। ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਜਿਵੇਂ ਅਸੀਂ ਅੱਗੇ ਮਸ਼ੀਨ ਖਰੀਦਣ ਵਿੱਚ ਭਗਵੰਤ ਤੋਂ ਰਕਮ ਫੜ ਕੇ ਛਾਲ ਮਾਰੀ ਸੀ, ਹੁਣ ਮੈਂ ਉਸ ਤੋਂ ਵੀ ਵੱਡੀ ਛਾਲ ਮਾਰਨਾ ਚਾਹੁੰਦੀ ਹਾਂ, ਜੇ ਤੁਸੀਂ ਸਾਥ ਦੇਵੋ। ਕੇਸਰ ਨੇ ਰੂਪ ਨੂੰ ਹੌਸਲੇ ਵਿੱਚ ਦੇਖ ਕੇ
ਦਿਲ ਤਕੜਾ ਕੀਤਾ ਤੇ ਰੂਪ ਦੀ ਛਾਲ ਸਮਝਣ ਲਈ ਕਹਿ ਦਿੱਤਾ, 1200-1300 ਹੋ ਜਾਵੇਗੀ ਤਾਂ ਝਟਪਟ ਵੇਚ ਦਿਓ। ਉਹ ਇੱਕ ਸਾਈ ਕਹਿ ਗਈ, ਮੈਂ ਰਹਿੰਦੇ 3-4 ਮਹੀਨਿਆਂ ਵਿੱਚ ਸ਼ਹਿਰ ਦੇ ਕਿਸੇ ਪ੍ਰਾਈਵੇਟ ਸਕੂਲ ਦਾਖਲ ਹੋ ਕੇ 10ਵੀਂ ਜ਼ਰੂਰ ਕਰ ਲਵਾਂਗੀ। ਹੋਰ ਕਮਜ਼ੋਰੀ ਦਿਸੀ ਟਿਊਸ਼ਨ ਰੱਖ ਲਵਾਂਗੀ ਅਤੇ ਅਗਲੇ ਸਾਲ ਬੇਸਿਕ ਕਰ ਲਵਾਂਗੀ। ਮੈਂ 1000-1100 ਨਾਲ ਸਾਰ ਲਵਾਂਗੀ। ਹੋਰ ਇੱਕ ਪੈਸੇ ਦੀ ਵੀ ਫਿਕਰ ਨਾ ਕਰਨਾ। ਤੇਰਾ ਦਿਮਾਗ ਜ਼ਰੂਰ ਖਰਾਬ ਹੋ ਗਿਆ, ਤੂੰ ਪੜ੍ਹੇਂਗੀ ਤੇ ਬੱਚੇ। ਉਹ ਨਿਰਾਸ਼ਾ ਵਿੱਚ ਹੱਸ ਪਿਆ। ਤੁਸੀਂ ਬੱਚਿਆਂ ਦਾ ਫਿਕਰ ਨਾ ਕਰੋ, ਮੈਂ ਬੇਜੀ ਨੂੰ ਸਾਲ ਖੰਡ ਲਈ ਹੋਰ ਤਕਲੀਫ ਦੇ ਲਵਾਂਗੀ। ਰੂਪ ਨੇ ਤਰਲੇ ਨਾਲ ਆਖਿਆ, ਰੱਬ ਦੇ ਵਾਸਤੇ ਤੁਸੀਂ ਮੰਨ ਜਾਓ, ਮੈਂ ਤੁਹਾਨੂੰ ਇਸ ਤਰ੍ਹਾਂ ਡਿੱਗਿਆ ਨਹੀਂ ਦੇਖ ਸਕਦੀ। ਮੈਂ ਸਭ ਕੁਝ ਕਰ ਜਾਵਾਂਗੀ, ਤੁਸੀਂ ਮੇਰੇ ਤੇ ਯਕੀਨ ਕਰੋ। ਮੇਰੇ ਮਾਸਟਰੀ ਲੱਗ ਜਾਣ ਪਿੱਛੋਂ ਅਸੀਂ ਕਦੇ ਜ਼ਿੰਦਗੀ ਪਰ ਔਖੇ ਨਹੀਂ ਹੋਵਾਂਗੇ। ਕੇਸਰ ਸੋਚੀ ਪੈ ਗਿਆ। ਮਾਸਟਰਨੀ, ਰੂਪ ਪਿੰਡ ਪੜਾਇਆ ਕਰੇਗੀ, ਸ਼ਹਿਰ ਮੇਰੀਆਂ ਅੱਖਾਂ ਤੋਂ ਪਰੇ ਰਹੇਗੀ। ਉਸ ਕਿੰਨਾ ਹੀ ਚਿਰ ਕੋਈ ਜਵਾਬ ਨਾ ਦਿੱਤਾ ਤੇ ਅਖੀਰ ਨਹੀਂ ਵਿੱਚ ਸਿਰ ਹਿਲਾ ਦਿੱਤਾ। ਚੰਨਿਆ, ਮੈਂ ਤੇਰੇ ਪਿਆਰ ਦੇ ਆਸਰੇ ਇਹਨਾਂ ਮੁਸ਼ਕਲਾਂ ਚੋਂ ਪਾਰ ਹੋ ਜਾਵਾਂਗੀ, ਸਿਰਫ ਮੈਨੂੰ ਇੱਕ ਮੌਕਾ ਦੇ। ਉਸ ਕੇਸਰ ਦੇ ਹੱਥ ਫੜ ਲਏ। ਤੈਨੂੰ ਕੀ ਪਤਾ ਏ ਮਾਸਟਰਨੀਆਂ ਨਾਲ ਕਿਵੇਂ ਬੀਤਦੀ ਹੈ ਪਿੰਡਾਂ 'ਚ। ਕੇਸਰ ਆਪਣੀ ਥਾਂ ਸੱਚਾ ਤੇ ਸਹੀ ਸੀ। ਰੂਪ ਅੱਗੇ ਸਮਾਜੀ ਹਕੀਕਤ ਡਰਾਮੇ ਦੀ ਝਾਕੀ ਵਾਂਗ ਫਿਰ ਗਈ, ਜਿਸ ਵਿੱਚ ਵਿਚਾਰ ਦਾ ਸੀਨ ਵਿਖਾਇਆ ਗਿਆ ਸੀ। ਉਹ ਅੰਦਰੇ ਅੰਦਰ ਲਰਜ਼ ਗਈ, ਪਰ ਉਸਦਾ ਇਰਾਦਾ ਕਿਸੇ ਚਟਾਨ ਉੱਤੇ ਪੈਰ ਜਮਾਈ ਬੈਠਾ ਸੀ, ਜਿਸ ਨੂੰ ਇਖਲਾਕਹੀਣ ਲਹਿਰਾਂ ਨਾ ਉਖੇੜ ਸਕੀਆਂ। ਉਹ ਆਪਣਾ ਆਪ ਫਿਰ ਤਣ ਲਿਆ। ਜੇ ਤੁਸੀਂ ਭਰੋਸਾ ਕਰੋ, ਮੈਨੂੰ ਕੋਈ ਝੱਖੜ ਤੂਫਾਨ ਨਹੀਂ ਡੁਲਾ ਸਕਦੇ। ਚੰਨਿਆ, ਮੈਨੂੰ ਛਾਲ ਮਾਰ ਲੈਣ ਦੇ। ਮੈਨੂੰ ਆਪਣੀ ਮਿਹਨਤ ਤੇ ਚੱਲਣ ਉੱਤੇ ਬਹੁਤ ਮਾਣ ਹੈ। ਭਵਿੱਖ ਵਿੱਚ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਵੀ ਨਿਖਰ ਜਾਣਗੀਆਂ। ਇਹ ਖਿਆਲ ਤੈਨੂੰ ਕਿੱਥੋਂ ਆਇਆ? ਕੇਸਰ ਲਗਾਤਾਰ ਨਾ ਕਰੀ ਜਾ ਰਿਹਾ ਸੀ। ਇਹ ਖਿਆਲ ਆ ਗਿਆ, ਜਿਵੇਂ ਵੀ ਔਖੇ ਹੋ ਕੇ ਸੋਚਿਆ, ਪਰ ਇਸ ਨੂੰ ਸਿਰੇ ਚੜ ਜਾਣ ਦਿਓ। ਨਹੀਂ ਰੂਪ, ਮੈਂ ਤੈਨੂੰ ਸਕੂਲਾਂ ਕਾਲਜਾਂ 'ਚ ਖੁਆਰ ਨਹੀਂ ਦੇਖ ਸਕਦਾ। ਉੱਠ ਕੇ ਜਾਣ ਲੱਗਾ। ਰੂਪ ਨੇ ਬਾਂਹ ਫੜ ਕੇ ਰੋਕ ਲਿਆ। ਦੁੱਧ ਤਾਂ ਪੀਂਦੇ ਜਾਓ, ਇਸ ਦਾ ਕੀ ਕਸੂਰ? ਉਸ ਗਲਾਸ ਭਰ ਕੇ ਅੱਗੇ ਕਰ ਦਿੱਤਾ। ਫੜ ਵੀ ਲਓ, ਕਿਉਂ ਮਾਰਿਆਂ ਨੂੰ ਮਾਰਦੇ ਹੋ? ਕੇਸਰ ਨੇ ਦੁੱਧ ਪੀ ਲਿਆ ਤੇ ਬਾਹਰ ਨੂੰ ਨਿਕਲ ਗਿਆ। ਰਾਤੀ ਫਿਰ ਬੇਸਿਕ ਕਰਨ ਦੀ ਚਰਚਾ ਛਿੜੀ ਰਹੀ। ਆਖਰ ਰੂਪ ਨੇ ਤਰਲੇ ਮਿੰਤਾਂ ਪਾ ਕੇ ਕੇਸਰ ਨੂੰ ਮਨਾ ਹੀ ਲਿਆ। ਉਸਦੇ ਮੰਨ ਜਾਣ ਪਿੱਛੋਂ ਉਹ ਅਤਿਅੰਤ ਖੁਸ਼ ਹੋਈ। ਉਸ ਹਿੱਕ ਥਾਪੜੀ, ਹੁਣ ਮੈਂ ਅਜਿਹਾ ਸਵਰਗ ਉਸਾਰਾਂਗੀ ਜਿਸ ਨੂੰ ਕੋਈ ਭੁਚਾਲ ਵੀ ਨਾ ਹਿਲਾ ਸਕੇ। ਰੂਪ ਮਾਲਣ ਨੂੰ ਲੈ ਕੇ ਫਿਰੋਜ਼ਪੁਰ ਆ ਗਈ। ਹਾਲੇ ਅੱਡੇ ਚੋਂ ਨਿਕਲੀਆਂ ਹੀ ਸਨ ਕਿ ਰੂਪ ਨੇ ਸ਼ੇਰੇਆਣੇ ਦੇ ਇੱਕ ਬੰਦੇ ਨੂੰ ਆਪਣੇ ਵੱਲ ਝਾਕਦਿਆਂ ਦੇਖਿਆ। ਉਹ ਉਸ ਦਾ ਘਰਾਂ ਚੋਂ ਜੇਠ ਲੱਗਦਾ ਸੀ। ਉਸ ਝੱਟ ਹੀ ਮੂੰਹ ਦੂਜੇ ਬੰਨੇ ਕਰ ਲਿਆ। ਉਹ ਸੋਚਣ ਲੱਗੀ, ਸ਼ੇਰੇਆਣੇ ਦੇ ਤਾਂ ਅੱਧੇ ਪਿੰਡ ਨੇ ਨਿਤ ਸ਼ਹਿਰ ਹੀ ਰਹਿਣਾ ਹੈ। ਕੋਈ ਕੁਝ ਆਖੇਗਾ, ਕੋਈ ਕੁਝ। ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਹੈ। ਬੇਜੀ, ਇੱਥੇ ਨਹੀਂ ਦਾਖਲ ਹੋਣਾ, ਇੱਥੇ ਤਾਂ ਅੱਧਾ ਸ਼ੇਰੇਆਣਾ ਫਿਰਦਾ ਹੈ। ਰੂਪ ਨੇ ਇੱਕ ਚਿੰਤਾ ਪ੍ਰਗਟ ਕੀਤੀ। ਫੇਰ ਬੇਜੀ ਪੜ੍ਹਾਈ ਦੇ ਮਸਲੇ 'ਚ ਇੱਕ ਤਰ੍ਹਾਂ ਨਾਲ ਕੋਰੀ ਸੀ, ਪਰ ਉਸ ਇੱਕ ਸਲਾਹ ਦਿੱਤੀ, ਮੋਗੇ ਨਹੀਂ ਠੀਕ, ਆਪਣਾ ਹਰਨੇਕ ਵੀ ਉੱਥੇ ਖਾਲਸਾ ਸਕੂਲ 'ਚ ਆ। ਚਲੋ ਹੁਣੇ ਮੋਗੇ ਨੂੰ ਮੁੜ ਚੱਲੀਏ। ਰੂਪ ਉੱਥੋਂ ਹੀ ਬੱਸਾਂ ਦੇ ਅੱਡੇ ਨੂੰ ਭੌਂ ਪਏ। ਮੋਗੇ ਨੂੰ ਆ ਰਹੀ ਬੱਸ ਵਿੱਚ ਬੈਠੀ ਰੂਪ ਸੋਚ ਰਹੀ ਸੀ, ਮੈਂ ਇਰਾਦਾ ਬਦਲ ਕੇ ਚੰਗਾ ਕੀਤਾ ਹੈ। ਮੋਗਾ ਰੂਪ ਦੇ ਸਹੁਰਿਆਂ ਤੋਂ 33-34 ਮੀਲ ਸੀ। ਉਹ ਬਿਨਾਂ ਕਿਸੇ ਮਾਨਸਿਕ ਤਕਲੀਫ ਦੇ ਆਪਣਾ 1.25 ਸਾਲ ਇੱਕ ਮਨ ਮਿਹਨਤ ਨਾਲ ਪੂਰਾ ਕਰ ਸਕਦੀ ਸੀ। ਮੋਗੇ ਵਿੱਚ 2 ਹੀ ਪ੍ਰਾਈਵੇਟ ਕਾਲਜ ਸਨ, ਜਿਹੜੇ 10ਵੀਂ ਤੋਂ ਲੈ ਕੇ BA ਤੱਕ ਕਰਵਾਉਂਦੇ ਸਨ। ਪਹਿਲਾ ਬਰਾੜ ਕਾਲਜ ਸੀ, ਜਿਹੜਾ ਰੂਪ ਨੂੰ ਨਾ ਜਚਿਆ। ਉਸ ਨੂੰ ਚੁਰਾਉਣ ਵਾਲਾ ਖੂਬਸੂਰਤ ਨੌਜਵਾਨ ਬੜੀਆਂ ਲੱਛੇਦਾਰ ਗੱਲਾਂ ਕਰਦਾ ਸੀ, ਤੇ ਦੂਜੀ ਗੱਲ, ਉਹ ਬਿਨਾਂ ਵਜ੍ਹਾ ਹੀ ਹੱਸ ਪੈਂਦਾ ਸੀ। ਦੂਜਾ ਨੈਸ਼ਨਲ ਕਾਲਜ ਸੀ, ਜਿਸ ਦਾ ਪ੍ਰਿੰਸੀਪਲ ਇੱਕ ਰਿਟਾਇਰਡ ਹੈਡਮਾਸਟਰ ਸੀ। ਉਹਨਾਂ ਦੇਖਿਆ
ਅੰਦਰ ਕੁੜੀਆਂ ਦੀ ਕਲਾਸ ਲੱਗੀ ਹੋਈ ਸੀ। ਰੂਪ ਨੂੰ ਬਜ਼ੁਰਗ ਦੀ ਸੰਜੀਦਗੀ ਪਸੰਦ ਆ ਗਈ। ਫੀਸ ਆਦਿ ਦਾ ਕੋਈ ਸਵਾਲ ਨਹੀਂ ਸੀ। ਰੂਪ ਨੇ ਆਪਣੀ ਔਕੜ ਪ੍ਰਗਟ ਕੀਤੀ। ਪ੍ਰਿੰਸੀਪਲ ਜੀ, ਬੋਰਡਿੰਗ ਆਦਿ ਦਾ ਕੀ ਬੰਦੋਬਸਤ ਹੈ? ਬੀਬੀ, ਕਾਲਜ ਨਾਲ ਕੋਈ ਬੋਰਡਿੰਗ ਨਹੀਂ, ਪਰ 3-4 ਚੁਬਾਰੇ ਅਜਿਹੇ ਹਨ ਜਿਨ੍ਹਾਂ ਵਿੱਚ ਸਾਡੀਆਂ ਸਟੂਡੈਂਟਸ ਰਹਿੰਦੀਆਂ ਹਨ। ਜੇ ਤੁਹਾਡਾ ਵੀ ਕੋਈ ਹੋਰ ਬੰਦੋਬਸਤ ਨਾ ਹੋ ਸਕੇ ਤਦ ਉਹਨਾਂ ਨਾਲ ਜਗ੍ਹਾ ਦਵਾਈ ਜਾ ਸਕਦੀ ਹੈ। ਉਸਨੇ ਰੂਪ ਦੀ ਤਸੱਲੀ ਲਈ ਆਖਿਆ। ਜਿਸ ਤਰ੍ਹਾਂ ਹੋ ਜਾਵੇ ਫਿਰ ਤਾਂ ਬਹੁਤ ਹੀ ਚੰਗੀ ਗੱਲ ਹੈ। ਰੂਪ ਦੀਆਂ ਅੱਖਾਂ ਚਮਕ ਪਈਆਂ। ਅਧਿਆਪਕ ਜੀ, ਇਸ ਨੂੰ ਆਪਣੀ ਹੀ ਧੀ ਸਮਝਣਾ, ਮਾਲਣ ਨੇ ਮਾਪਿਆਂ ਦੀ ਹੈਸੀਅਤ ਤੋਂ ਆਖਿਆ। ਬੇਬੇ ਜੀ, ਹਰ ਤਰ੍ਹਾਂ ਆਪਣੀਆਂ ਧੀਆਂ ਨਾਲ ਵੱਧ ਧਿਆਨ ਰੱਖਦੇ ਹਾਂ। 5 ਸਾਲ ਤੋਂ ਕਿਸੇ ਕੁੜੀ ਦੇ ਮਾਂ-ਬਾਪ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਮੈਨੂੰ ਕਿਸੇ ਟਿਊਸ਼ਨ ਦਾ ਬੰਦੋਬਸਤ ਕਰ ਦਿਓਗੇ? ਮੈਂ ਹਰ ਕੀਮਤ ਤੇ ਪਾਸ ਹੋਣਾ ਹੈ। ਰੂਪ ਨੇ ਆਪਣੀ ਦ੍ਰਿੜਤਾ ਪ੍ਰਿੰਸੀਪਲ ਅੱਗੇ ਜ਼ਾਹਰ ਕਰ ਦਿੱਤੀ। ਜੇ ਤੁਹਾਡਾ ਮਨ ਇੰਨਾ ਤਕੜਾ ਏ ਫਿਰ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਅੜਿਆ ਰਹਿ ਸਕੇ। ਪ੍ਰਿੰਸੀਪਲ ਨੇ ਖੁਸ਼ ਹੋ ਕੇ ਉਸ ਨੂੰ ਹੌਸਲਾ ਦਿੱਤਾ। ਕਿਤਾਬਾਂ ਪੁਰਾਣੀਆਂ ਮਿਲ ਜਾਣਗੀਆਂ? ਰੂਪ ਨੂੰ ਬੱਚਤ ਦਾ ਵੀ ਖਿਆਲ ਸੀ। ਕਿਤਾਬਾਂ ਬਾਰੇ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ, ਸ਼ਾਇਦ ਬਾਜ਼ਾਰੋਂ ਮਿਲ ਜਾਣ। ਚੰਗਾ ਜੀ, ਤੁਹਾਡੀ ਮਿਹਰਬਾਨੀ। ਮੈਂ ਆਪਣਾ ਬਿਸਤਰਾ ਤੇ ਹੋਰ ਲੋੜੀਂਦੀਆਂ ਚੀਜ਼ਾਂ ਕੱਲ ਨੂੰ ਲੈ ਕੇ ਆ ਜਾਵਾਂਗੀ। ਰੂਪ ਨੇ ਹੱਥ ਜੋੜਦਿਆਂ ਬਜ਼ੁਰਗ ਨੂੰ ਸਤਿ ਸ੍ਰੀ ਅਕਾਲ ਆਖੀ। ਮਾਲਣ ਨੇ ਰੂਪ ਦੀ ਸਲਾਹ ਨਾਲ ਹਰੇਕ ਨੂੰ ਇੱਕ ਦਿਨ ਦੀ ਛੁੱਟੀ ਦਿਵਾ ਲਈ ਤਾਂ ਕਿ ਅਗਲੇ ਦਿਨ ਸਮਾਨ ਆਦਿ ਲੈ ਆਉਣ ਵਿੱਚ ਤਕਲੀਫ ਨਾ ਹੋਵੇ। ਬੱਚਿਆਂ ਸਦਕਾ ਉਹ ਪਿਛਾਂਹ ਮੁੜਨ ਲਈ ਕਾਹਲੀ ਕਰ ਰਹੀਆਂ ਸਨ। ਕੱਲ ਰਿਕਸ਼ੇ 'ਚ ਤੇਰੇ ਨਾਲ ਕੌਣ ਜਾਂਦਾ ਸੀ ਓਏ? ਹਰਨੇਕ ਨੇ ਦੇ ਸਾਹਮਣੇ ਮੇਜ਼ ਤੇ ਬੈਠੇ ਉਸਦੇ ਯਾਰ ਜੇਬੂ ਡਰਾਈਵਰ ਨੇ ਨਸ਼ਈ ਮੁਸਕਾਨ ਤੋਂ ਪੁੱਛਿਆ। ਮੈਂ ਬੱਚੂ ਯੂਨੀਅਨ ਦੇ ਦਫ਼ਤਰ ਬੈਠਾ ਸੀ। ਉਹ ਤਾਂ ਚਾਚਾ ਮੇਰੀ ਭੈਣ ਸੀ, ਹਰਨੇਕ ਜਵਾਬ ਦਿੰਦਾ ਛਿੱਥਾ ਪੈ ਗਿਆ। ਜੇਬੂ ਦਾ ਖਿਆਲ ਸੀ ਹਰਨੇਕ ਨੇ ਕੋਈ ਮੱਲ ਮਾਰੀ ਏ ਤੇ ਇਸੇ ਟੋਹ ਵਿੱਚ ਹੀ ਉਸ ਸੰਗਤਰੇ ਦਾ ਅਧੀਆ ਲਿਆ ਸੀ। ਹਰਨੇਕ ਦੇ ਉੱਤਰ ਵਿੱਚ ਉਸਦਾ ਸਾਰਾ ਨਸ਼ਾ ਲੈ ਗਿਆ। ਉਸ ਕਾਹਲੀ ਕਰਕੇ ਬਾਕੀ ਬਚਦੀ ਸ਼ਰਾਬ ਗਲਾਸ 'ਚ ਉਲਟਾ ਲਈ ਤੇ 1 ਮਿੰਟ ਦੀ ਦੇਰੀ ਕੀਤੇ ਬਿਨਾਂ ਡਕਾਰ ਗਿਆ। ਉਹ ਦੋਵੇਂ ਇੱਕ ਹੋਟਲ ਦੀ ਉਤਲੀ ਛੱਤ ਉੱਤੇ ਚੋਰੀ ਪੀ ਰਹੇ ਸਨ। ਖੱਟੀ ਦੇ ਲਾਲਚ ਕਾਰਨ ਹੋਟਲ ਵਾਲੇ ਆਪਣੇ ਵਾਕਫਕਾਰਾਂ ਲਈ ਕਾਨੂੰਨੀ ਦੋਸ਼ ਪੀ ਜਾਂਦੇ ਸਨ। ਜੇਬੂ ਦਾ ਪੂਰਾ ਨਾਂ ਸਰਦਾਰ ਅਜਾਇਬ ਸਿੰਘ ਸੀ। ਉਸ ਕੋਲ ਆਪਣਾ ਟਰੱਕ ਸੀ। ਸ਼ਰਾਬ ਪੀਣ ਤੇ ਔਰਤ ਤਕਾਉਣ ਵਰਗੀਆਂ ਉਸ ਵਿੱਚ ਭੈੜੀਆਂ ਵਾਤੀਆਂ ਪੈ ਚੁੱਕੀਆਂ ਸਨ। ਖਰਚ ਕਰਨ ਦੇ ਸਬੰਧ ਵਿੱਚ ਉਹ ਆਪਣੇ ਯਾਰਾਂ 'ਚ ਬਹੁਤ ਮਸ਼ਹੂਰ ਸੀ। ਉਸਦੇ ਡਰਾਈਵਰ ਯਾਰਾਂ ਉਸਦਾ ਨਾਂ ਅਜਾਇਬ ਸਿੰਘ ਤੋਂ ਛੋਟਾ ਬਣਾ ਕੇ ਜੇਬੂ ਰੱਖ ਲਿਆ। ਹਰਨੇਕ ਅਸਲ ਵਿੱਚ ਯਾਰ ਤਾਂ ਆਪਣੇ ਕਲਾਸ ਫੈਲੋ ਲੌਰਾ ਸਿੰਘ ਦਾ ਸੀ, ਜਿਹੜਾ ਜੇਬੂ ਦਾ ਵੱਡਾ ਲੜਕਾ ਸੀ। ਹਰਨੇਕ ਅਤੇ ਲੌਰਾ ਸਿੰਘ ਦੀ ਦੋਸਤੀ ਫਿਲਮਾਂ ਦੇ ਸ਼ੌਕ ਨੇ ਪੈਦਾ ਕੀਤੀ ਸੀ, ਜਿਹੜੀ ਤਰੱਕੀ ਕਰਕੇ ਬਾਪ ਦੀ ਸ਼ਰਾਬ ਤੱਕ ਪਹੁੰਚ ਗਈ। ਇਉਂ ਲੰਡੇ ਨੂੰ ਮੀਣਾ ਤੇ ਮੀਣੇ ਨੂੰ ਘੋਨਾ ਮਿਲ ਗਏ ਸਨ। ਜੇਬੂ ਹਰਨੇਕ ਨਾਲੋਂ ਖਰਚ ਕਰਨ ਵਿੱਚ ਖੁੱਲ੍ਹਾ ਸੀ, ਜਿਸ ਦੀ ਕਿ ਉਸਨੂੰ ਹਮੇਸ਼ਾ ਘਾਟ ਰਹਿੰਦੀ। ਜੇਬੂ ਨੇ ਅੱਖਾਂ 'ਚ ਨਸ਼ਾ ਲਿਆਉਂਦਿਆਂ ਸੋਚਿਆ, ਭੈਣ ਹੈ ਤਾਂ ਕੀ, ਪਰ ਰਿਕਸ਼ੇ ਨੂੰ ਅੱਗ ਲੱਗੀ ਜਾਂਦੀ ਸੀ। ਉਹ ਢੇਰ ਚਿਰ ਚੁੱਪ ਰਹਿਣ ਪਿੱਛੋਂ ਬੋਲਿਆ, ਉਹ ਇੱਥੇ ਕਿਵੇਂ ਆਈ ਸੀ? ਉਹ ਨੈਸ਼ਨਲ ਕਾਲਜ ਦਾਖਲ ਹੋਈ ਏ 10ਵੀਂ ਕਰਨ ਲਈ। ਹਰਨੇਕ ਕੁਝ ਨਾਂ ਦੱਸਣ ਤੇ ਵੀ ਕਹਿ ਹੀ ਗਿਆ। ਇਹ ਹੁਣ ਪੜ੍ਹਨ ਲੱਗੀ ਏ? ਉਸ ਇੱਕ ਹੱਥ ਨਾਲ ਦੋਹਾਂ ਜਬਾੜਿਆਂ ਨੂੰ ਕੁੱਟਿਆ ਹੋਇਆ ਸੀ। ਵਿਆਹੀ ਨਹੀਂ? ਵਿਆਹੀ ਐ, ਪੜੋਈਆ ਧਰਮਸ਼ਾਲਾ ਲੱਗਾ ਹੋਇਆ ਏ। ਉਹਨੂੰ ਆਖੀ ਕਿਸ ਦੀ ਲੋੜ ਹੋਵੇ ਆਪਣੀ ਚਾਚੀ ਤੋਂ ਲੈ ਲਵੇ, ਸੰਗਣ ਦੀ ਲੋੜ ਨਹੀਂ। ਜੇਬੂ ਨੇ ਕੈਂਚੀ ਫੇਰੀ ਦਾੜੀ ਨੂੰ ਜ਼ੋਰ ਨਾਲ ਮਲਿਆ। ਉਸਦੇ ਭਰੇ ਚਿਹਰੇ ਨੂੰ ਕਾਲੇ ਰੰਗ ਨੇ ਲੀਕ ਲਾ ਕੇ ਰੱਖ ਦਿੱਤਾ ਸੀ। ਹਾਲੇ ਸਭ ਕੁਝ ਲੈ ਆਂਦਾ ਏ। ਹਰਨੇਕ ਇਹ ਟਾਪਿਕ ਖਤਮ ਕਰ ਦੇਣਾ ਚਾਹੁੰਦਾ ਸੀ। ਜਾ ਅਜੇ ਹਾਲੇ ਠੇਕਾ ਖੁੱਲਾ ਹੋਏਗਾ, ਇੱਕ ਪਊਆ ਹੋਰ ਲਿਆ, ਕੁਝ ਸਵਾਦ ਨਹੀਂ ਆਇਆ। ਉਸ 5 ਦਾ ਨੋਟ ਹਰਨੇਕ ਨੂੰ ਫੜਾ ਦਿੱਤਾ। ਹੇਠਾਂ ਕਹਿ ਜਾਵੀਂ 1 ਪਲੇਟ ਮੱਛੀ। ਚਾਚਾ ਬਸ ਹੁਣ ਬਹੁਤ ਠੀਕ ਆ, ਮੇਰੇ ਸੁਪਰਡੈਂਟ ਤੋਂ ਜੁੱਤੀਆਂ ਨਾ ਪਵਾ। ਹਰਨੇਕ ਜਾਣੋ ਮੁਨਕਰ ਸੀ। ਸਾਲਿਆ ਜੁੱਤੀਆਂ ਪਹਿਲੀ ਵਾਰ ਪੈਣੀਆਂ ਏ, ਤੂੰ ਛੇਤੀ ਕਰ। ਜੇਬੂ ਨੇ ਹਰਨੇਕ ਨੂੰ ਧੱਕ ਕੇ ਤੋੜ ਦਿੱਤਾ। ਸੜਕ 'ਚ ਆਉਂਦਿਆਂ ਹੀ ਹਰਨੇਕ ਨੂੰ ਹਵਾ ਲੱਗ ਕੇ ਨਸ਼ਾ ਤੇਜ਼ ਹੋ ਗਿਆ। ਉਸ ਲਈ ਤੁਰਨਾ ਔਖਾ ਹੋ ਰਿਹਾ ਸੀ। ਉਸ ਝੱਟ ਹੀ ਰਿਕਸ਼ੇ ਵਾਲੇ ਨੂੰ ਆਵਾਜ਼ ਮਾਰ ਲਈ।
ਰੂਪ ਬੜੀ ਖੁਸ਼ ਸੀ। ਉਸ ਨੂੰ ਮਨਪਸੰਦ ਸਾਥਣ ਮਿਲ ਗਈ ਸੀ। ਪੜ੍ਹਨ ਵਿੱਚ ਹੁਸ਼ਿਆਰ ਸਰਲਾ ਬੜੇ ਹਸਮੁਖ ਸੁਭਾਅ ਵਾਲੀ ਕੁੜੀ ਸੀ। ਪ੍ਰਿੰਸੀਪਲ ਨੇ ਕੁਝ ਸੋਚ ਕੇ ਹੀ ਰੂਪ ਨੂੰ ਸਰਲਾ ਨਾਲ ਜੋੜਿਆ ਸੀ। ਸਰਲਾ ਦੇ ਮਿੱਠੇ ਸਾਂਵਲੇ ਰੰਗ ਨੂੰ ਨੀਮ ਗੁਲਾਬੀ ਐਨਕ ਦਾ ਫਰੇਮ ਕਿੰਨਾ ਜੱਚਦਾ ਸੀ।